60 ਸਾਲ ਤੋਂ ਖੇਤੀਬਾੜੀ ਨੀਤੀਆਂ ਬਣਾ ਰਿਹਾ ਆ। ਕਿਸਾਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕਰਨ। ਰਾਜੀਵ ਗਾਂਧੀ ਤੋਂ ਲੈ ਕੇ ਪੀਵੀ ਨਰਸਿਮਹਾ ਤੱਕ ਦੇਸ਼ ਦੇ 4 ਪ੍ਰਧਾਨ ਮੰਤਰੀਆਂ ਦੇ ਖੇਤੀਬਾੜੀ ਸਲਾਹਕਾਰ ਰਹਿ ਚੁੱਕੇ ਪ੍ਰੋਫੈਸਰ ਐਸ ਜੌਹਲ ਕ੍ਰਿਸ਼ੀ ਸੰਕਟ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਬੇहद ਚਿੰਤਿਤ ਨੇ। ਆਪਣੇ ਲੰਬੇ ਸਮੇਂ ਦੇ ਤਜਰਬੇ ਦੇ ਆਧਾਰ ਤੇ ਉਹ ਕਹਿੰਦੇ ਨੇ ਕਿ ਦੁਨੀਆ ਦੇ 2 ਦਰਜਨ ਦੇਸ਼ਾਂ ਨੇ ਮੇਰੀ ਸਲਾਹ ਦੇ ਆਧਾਰ ਤੇ ਆਪਣੇ ਦੇਸ਼ ਦੇ ਖੇਤੀਬਾੜੀ ਨੀਤੀਆਂ ਬਣਾਈਆਂ ਨੇ, ਪਰ ਮੇਰੀ ਨੀਤੀਆਂ ਦਾ ਹਿੰਦੁਸਤਾਨ ਦੇ ਵਿੱਚ ਕੋਈ ਅਮਲ ਨਹੀਂ ਹੋ ਰਿਹਾ। ਜੇਕਰ ਹਿੰਦੁਸਤਾਨ ਦੇ ਵਿੱਚ ਕੁਝ ਰਾਜਾਂ ਦੇ ਵਿੱਚ ਅਮਲ ਹੋਇਆ ਵੀ ਹੈ ਤਾਂ ਉੱਤਰ ਭਾਰਤ ਰਾਜਾਂ ਦੇ ਵਿੱਚ ਨਹੀਂ ਹੋਇਆ। ਅੱਜ ਹਾਲਾਤ ਅਜਿਹੇ ਨੇ ਕਿ ਸਰਕਾਰ ਸਮਝਦੀ ਹੈ ਕਿ ਕਿਸਾਨ ਮੇਰੀ ਸੁਣਦੇ ਨੇ, ਪਰ ਸੱਚਾਈ ਤਾਂ ਇਹ ਹੈ ਕਿ ਮੇਰੀ ਕੋਈ ਨਹੀਂ ਸੁਣਦਾ। ਪ੍ਰੋਫੈਸਰ ਜੌਹਲ ਕਹਿੰਦੇ ਨੇ ਕਿ ਅੱਜ ਜ਼ਿਆਦਾਤਰ ਅਰਥ ਸ਼ਾਸਤਰੀਆਂ ਦੀ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਖੇਤੀ ਦਾ ਅਨੁਭਵ ਨਹੀਂ ਹੈ। ਜ਼ਿਆਦਾਤਰ ਕਿਸਾਨਾਂ ਨੂੰ ਅਰਥ ਸ਼ਾਸਤਰ ਨਹੀਂ ਆਉਂਦਾ। ਮੇਰੇ ਕੋਲ ਦੋਨਾਂ ਦਾ ਤਜਰਬਾ ਹੈ। ਮੈਂ ਪਿਛਲੇ 60 ਸਾਲ ਤੋਂ ਖੇਤੀਬਾੜੀ ਨੀਤੀਆਂ ਬਣਾ ਰਿਹਾ ਹਾਂ। ਚੀਨ, ਰੂਸ ਸਮੇਤ ਕਿੰਨੇ ਹੀ ਦੇਸ਼ਾਂ ਨੇ ਆਪਣੇ ਸੰਸਦਾਂ ਵਿੱਚ ਰੱਖ ਕੇ ਇਹਨਾਂ ਨੀਤੀਆਂ ਨੂੰ ਲਾਗੂ ਕੀਤਾ ਹੈ। ਉਹ ਸਵਾਲ ਕਰਦੇ ਨੇ ਕਿ ਉਹਨਾਂ ਤੋਂ ਜ਼ਿਆਦਾ ਖੇਤੀ ਦੇ ਬਾਰੇ ਕੋਈ ਦੱਸ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਬਾਹਰ ਨਹੀਂ ਪੜ੍ਹਿਆ, ਪਰ ਮੈਂ ਪੜ੍ਹਾਇਆ ਜ਼ਰੂਰ ਹੈ। 70 ਦੇ ਦਸ਼ਕ ਦੀ ਗੱਲ ਹੈ, ਮੈਂ ਅਮਰੀਕਾ ਵਿੱਚ ਪੜ੍ਹਾ ਰਿਹਾ ਸੀ। ਦੇਸ਼ ਦੇ ਜਾਣੇ-ਮਾਣੇ ਪ੍ਰੋਫੈਸਰ MS ਰੰਧਾਵਾ ਨੇ ਮੈਨੂੰ ਤੁਰੰਤ ਬੁਲਾਇਆ। ਮੈਂ ਨੌਕਰੀ ਛੱਡ ਕੇ ਚਲਾ ਆਇਆ। ਉਦੋਂ ਦੇਸ਼ ਵਿੱਚ ਪਹਿਲੀ ਵਾਰ ਸਰਕਾਰ ਸੀਲਿੰਗ ਪਾਲਿਸੀ ਲਿਆ ਰਹੀ ਸੀ। ਉਹਨਾਂ ਨੇ ਮੈਨੂੰ ਕਿਹਾ, ਫਾਰਮੂਲਾ ਤਿਆਰ ਕਰੋ। ਮੈਂ ਫਾਰਮੂਲਾ ਬਣਾਇਆ। ਸਾਲ ਵਿੱਚ ਘੱਟੋ-ਘੱਟ 2 ਫਸਲਾਂ ਦੇਣ ਵਾਲੀ 30 ਏਕੜ ਸਿੰਚਾਈ ਵਾਲੀ ਜ਼ਮੀਨ ਨੂੰ ਸੀਲਿੰਗ ਲਿਮਿਟ ਵਿੱਚ ਤਿਆਰ ਕੀਤਾ। ਜੇਕਰ ਜ਼ਮੀਨ ਬੇਰਾਨੀ ਹੋਵੇ ਤਾਂ ਸੀਮਾ ਜ਼ਿਆਦਾ ਹੋ ਸਕਦੀ ਹੈ। ਪ੍ਰੋਫੈਸਰ ਰੰਧਾਵਾ ਨੇ 5000 ਕਾਪੀਆਂ ਤਿਆਰ ਕੀਤੀਆਂ। ਉਹਨਾਂ ਨੂੰ ਸਭ ਸੰਸਦਾ ਅਤੇ ਰਾਜ ਦੇ ਵਿਧਾਇਕਾਂ ਨੂੰ ਭੇਜਿਆ। ਫਿਰ ਚਰਚਾ ਦੇ ਬਾਅਦ ਮੇਰੇ ਫਾਰਮੂਲੇ ਤੇ ਦੇਸ਼ ਦਾ ਪਹਿਲਾ ਸੀਲਿੰਗ ਕਾਨੂੰਨ ਬਣਿਆ। ਬਾਅਦ ਵਿੱਚ ਇਹ ਬਦਲਿਆ ਵੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ VP ਸਿੰਘ ਸਰਕਾਰ 17.5 ਏਕੜ ਤੋਂ ਘਟਾ ਕੇ 12.5 ਏਕੜ ਕਰਨ ਦਾ ਫੈਸਲਾ ਕਰ ਚੁੱਕੀ ਸੀ। ਇਹ ਬਹੁਤ ਵੱਡੀ ਗਲਤੀ ਹੋ ਰਹੀ ਸੀ। ਮੈਂ ਉਸ ਸਮੇਂ ਦੇ ਉਪ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਚੌਧਰੀ ਦੇਵੀ ਲਾਲ ਨੂੰ ਉਰਦੂ ਦੇ ਵਿੱਚ ਚਿੱਠੀ ਲਿਖੀ। ਉਹ ਸਿਰਫ ਉਰਦੂ ਪੜ੍ਹ ਪਾਉਂਦੇ ਸਨ। ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਫੈਸਲਾ ਤੁਰੰਤ ਵਾਪਸ ਲੈ ਲਿਆ। ਸਰਕਾਰ ਆਸਟ੍ਰੇਲੀਆ ਦੇ ਵਿੱਚ ਕਣਕ ਖਰੀਦਣਾ ਚਾਹੁੰਦੀ ਸੀ। ਮੇਰੇ ਮਨਾ ਕਰਨ ਤੇ ਫੈਸਲਾ ਬਦਲ ਦਿੱਤਾ ਗਿਆ। ਰਾਜੀਵ ਗਾਂਧੀ ਸਰਕਾਰ ਦੀ ਗੱਲ ਹੈ, ਫਰਵਰੀ-ਮਾਰਚ ਦਾ ਮਹੀਨਾ ਹੋਵੇਗਾ। ਆਸਟ੍ਰੇਲੀਆ ਵਿੱਚ ਕਣਕ ਖਰੀਦਣ ਦਾ ਫੈਸਲਾ ਹੋ ਰਿਹਾ ਸੀ। ਸਰਕਾਰ ਨੇ ਮੇਰੀ ਸਲਾਹ ਲਈ। ਮੈਂ ਕਿਹਾ, ਅਨਾਜ ਨਹੀਂ ਮੰਗਵਾਉਣਾ ਚਾਹੀਦਾ। ਸਾਡੇ ਕੋਲ ਕਣਕ ਜ਼ਰੂਰ ਕੁਝ ਘੱਟ ਹੈ, ਪਰ ਚਾਵਲ ਭਰਪੂਰ ਨੇ। ਪਰ ਕਣਕ ਇੰਨੀ ਵੀ ਘੱਟ ਨਹੀਂ ਹੈ ਕਿ 1-2 ਮਹੀਨਿਆਂ ਦੇ ਵਿੱਚ ਅਨਾਜ ਦੀ ਕਮੀ ਹੋ ਜਾਵੇ। ਕਣਕ ਘੱਟ ਪੈਣ ਤੇ ਚਾਵਲ ਦੇ ਦੇਵਾਂਗੇ। ਮੈਂ ਤਰਕ ਦਿੱਤਾ ਕਿ ਆਸਟ੍ਰੇਲੀਆ ਤੋਂ ਅਨਾਜ ਮੰਗਵਾਉਣ ਦੇ ਵਿੱਚ 1 ਮਹੀਨਾ ਲੱਗੇਗਾ। ਉਦੋਂ ਤੱਕ ਦੇਸੀ ਕਣਕ ਦੀ ਨਵੀਂ ਫਸਲ ਆ ਜਾਵੇਗੀ। ਸਰਕਾਰ ਨੇ ਅਨਾਜ ਨਹੀਂ ਮੰਗਵਾਇਆ। ਇੱਕ ਸਾਲ ਅਜਿਹਾ ਵੀ ਆਇਆ ਜਦੋਂ ਪੱਛਮ ਬੰਗਾਲ ਵਿੱਚ ਕਣਕ ਦੀ ਫਸਲ ਬਹੁਤ ਚੰਗੀ ਹੋਈ। ਅਗਲੇ ਸਾਲ ਨਹੀਂ ਹੋਈ। ਇਸ ਸੰਬੰਧੀ ਬੈਠਕ ਵਿੱਚ ਮੈਨੂੰ ਵੀ ਬੁਲਾਇਆ ਗਿਆ। ਪ੍ਰਧਾਨ ਮੰਤਰੀ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਫਿਰ ਮੈਨੂੰ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਕਿਸਾਨਾਂ ਨੇ ਪਹਿਲੇ ਸਾਲ ਕਣਕ ਪੈਦਾ ਕੀਤੀ, ਬਾਜ਼ਾਰ ਵਿੱਚ ਵਿਕੀ ਨਹੀਂ, ਇਸ ਲਈ ਉਹਨਾਂ ਨੇ ਅਗਲੇ ਸਾਲ ਨਹੀਂ ਉਗਾਇਆ। ਇਸ ਵਿੱਚ ਜਾਂਚ ਕਰਵਾਉਣ ਵਾਲੀ ਕੋਈ ਗੱਲ ਨਹੀਂ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਜੋ ਉਗਾਏ ਉਹ ਬਾਜ਼ਾਰ ਵਿੱਚ ਸਹੀ ਕੀਮਤ ਦੇ ਵਿੱਚ ਵਿਕੇ। ਚੀਨ ਆਪਣੀ ਖੇਤੀ ਨੀਤੀ ਬਦਲ ਰਿਹਾ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਤੋਂ ਸਲਾਹਕਾਰਾਂ ਦੇ ਨਾਮ ਮੰਗੇ। UN ਨੇ 15-16 ਨਾਮ ਭੇਜੇ। ਚੀਨ ਨੇ ਸਿਰਫ ਮੈਨੂੰ ਬੁਲਾਇਆ। ਸਵੇਰੇ 9 ਵਜੇ ਬੈਠਕ ਸ਼ੁਰੂ ਹੋਈ। ਚੀਨ ਨੇ ਤਤਕਾਲੀਨ ਰਾਸ਼ਟਰਪਤੀ ਤੋਂ ਲੈ ਕੇ 40 ਤੋਂ 45 ਟੌਪ ਪਾਲਿਸੀ ਮੇਕਰ ਬੈਠੇ ਹੋਏ ਸੀ। 2.5 ਮਿੰਟ ਰਾਸ਼ਟਰਪਤੀ ਨੇ ਕੁਝ ਬੋਲਿਆ। ਫਿਰ ਪੂਰੇ 3 ਘੰਟੇ ਮੈਨੂੰ ਪ੍ਰੈਜੈਂਟੇਸ਼ਨ ਦੇਣ ਲਈ ਕਿਹਾ। ਦੁਨੀਆ ਦੀ ਕ੍ਰਿਸ਼ੀ ਪ੍ਰਣਾਲੀਆਂ ਦੇ ਵਿੱਚ ਮੈਂ ਅਮਰੀਕਾ ਵਿੱਚ ਪੜ੍ਹਾਉਂਦਾ ਸੀ। 3 ਘੰਟੇ ਉਹਨਾਂ ਨੇ ਮੈਨੂੰ ਗੌਰ ਦੇ ਨਾਲ ਸੁਣਿਆ। ਮੈਂ ਦੱਸਿਆ ਕਿ ਉਹਨਾਂ ਦੇ ਲਈ ਕੀ ਠੀਕ ਹੋ ਸਕਦਾ ਹੈ ਤੇ ਕੀ ਨਹੀਂ। ਫਿਰ 1 ਘੰਟੇ ਦੇ ਲੰਚ ਬ੍ਰੇਕ ਦੇ ਬਾਅਦ ਉਹਨਾਂ 3 ਘੰਟੇ ਮੇਰੇ ਨਾਲ ਸਵਾਲ ਜਵਾਬ ਕੀਤੇ। ਬੈਠਕ ਖਤਮ ਹੋਈ ਅਤੇ ਉਹਨਾਂ ਨੇ ਮੈਨੂੰ ਧੰਨਵਾਦ ਕਹਿ ਦਿੱਤਾ। ਪ੍ਰੋਫੈਸਰ ਜੌਹਲ ਕਹਿੰਦੇ ਨੇ ਕਿ ਪੰਜਾਬ ਵਿੱਚ ਖੇਤੀ ਨੂੰ ਲਾਭ ਪੱਧਰ ਤੇ ਤਾਂ ਹੀ ਲਿਆਇਆ ਜਾ ਸਕਦਾ ਹੈ ਜਦੋਂ ਛੋਟੀ-ਛੋਟੀ ਜੋਤ ਵਾਲੇ ਕਿਸਾਨ ਖੇਤੀ ਤੇ ਆਪਣੀ ਨਿਰਭਰਤਾ ਘਟਾਉਣ। ਉਹਨਾਂ ਕੋਲ ਇੰਨੀ ਜ਼ਮੀਨ ਨਹੀਂ ਹੈ ਕਿ ਖੇਤੀ ਦੇ ਨਾਲ ਪੂਰੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ, ਪਰ ਉਹ ਖੇਤੀ ਤੇ ਨਿਰਭਰ ਕਿਉਂ ਨੇ, ਇਸ ਨੂੰ ਵੀ ਸਮਝਣਾ ਹੋਵੇਗਾ। ਅੱਜ 9 ਲੱਖ ਮਜ਼ਦੂਰ ਦੂਸਰੇ ਰਾਜਾਂ ਤੋਂ ਆ ਕੇ ਪੰਜਾਬ ਦੀ ਵੱਡੀ ਇੰਡਸਟਰੀ ਅਤੇ ਸ਼ਹਿਰਾਂ ਵਿੱਚ ਕੰਮ ਕਰਦੇ ਨੇ। ਉਹ ਚੌਲ ਅਤੇ ਝੁੱਗੀ ਬਸਤੀਆਂ ਦੇ ਵਿੱਚ ਰਹਿ ਲੈਂਦੇ ਨੇ, ਪਰ ਪੰਜਾਬ ਦੇ ਗ੍ਰਾਮੀਣ ਯੁਵਾ ਸ਼ਹਿਰਾਂ ਦੇ ਵਿੱਚ ਅਜਿਹਾ ਜੀਵਨ ਨਹੀਂ ਹੋ ਸਕਦਾ। ਇਸ ਲਈ ਉਹ ਸ਼ਹਿਰ ਵਿੱਚ ਕੰਮ ਕਰਨ ਨਹੀਂ ਜਾਂਦੇ।
ਜੇਕਰ ਲਘੂ ਅਤੇ ਮੱਧਿਆ ਇੰਡਸਟਰੀ ਵੱਡੇ ਸ਼ਹਿਰਾਂ ਤੋਂ ਨਿਕਲ ਕੇ ਉਹਨਾਂ ਦੇ ਘਰ ਦੇ ਕਰੀਬ ਆ ਜਾਣ ਤਾਂ ਔਸਤਨ ਵੇਤਨ ਤੇ ਵੀ ਵੱਡਾ ਕੰਮ ਹੋ ਸਕਦਾ ਹੈ। ਇਸ ਦੇ ਲਈ ਉਦਯੋਗ ਨੀਤੀ ਬਦਲਣੀ ਚਾਹੀਦੀ ਹੈ। ਗ੍ਰਾਮੀਣ ਖੇਤਰਾਂ ਦੇ ਵਿੱਚ ਇੰਡਸਟਰੀ ਲਗਾਉਣ ਤੇ ਟੈਕਸ ਅਤੇ ਦੂਸਰੇ ਫਾਇਦੇ ਮਿਲਣੇ ਚਾਹੀਦੇ ਨੇ। ਸਥਾਨਕ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਕੋਟਾ ਤੈਅ ਹੋਣਾ ਚਾਹੀਦਾ ਹੈ। ਜੇਕਰ ਲੋਕਲ ਮਜ਼ਦੂਰ ਨਾ ਮਿਲੇ ਤਾਂ ਬਾਹਰ ਤੋਂ ਰੱਖ ਸਕਦੇ ਨੇ। ਇਸੇ ਤਰ੍ਹਾਂ ਹੀ ਇੱਕ ਰਿਪੋਰਟ ਮੈਂ ਖੁਦ ਮੁੱਖ ਮੰਤਰੀ ਨੂੰ ਦਿੱਤੀ ਸੀ। ਸੀਐਮ ਨੇ ਪੜ੍ਹੀ ਤੱਕ ਨਹੀਂ, ਉਹਨਾਂ ਨੂੰ ਯਾਦ ਤੱਕ ਨਹੀਂ ਰਿਹਾ ਕਿ ਮੈਂ ਕੋਈ ਰਿਪੋਰਟ ਵੀ ਦਿੱਤੀ ਹੈ। ਮੈਂ ਕਹਿੰਦਾ ਹਾਂ ਕਿ ਰਿਪੋਰਟ ਤੇ ਅਮਲ ਕਰੋ ਜਾਂ ਨਾ, ਪਰ ਪਹਿਲਾ ਪੰਨਾ ਤਾਂ ਪੜ੍ਹ ਲਓ। ਪਰ ਇੱਥੇ ਤਾਂ ਮੋਬਾਈਲ ਦੇਵਾਂਗਾ, ਚਾਹ ਦੇਵਾਂਗਾ, ਘਿਓ ਦੇਵਾਂਗਾ ਜਿਹੇ ਮੁੱਦੇ ਉੱਠ ਰਹੇ ਨੇ। ਕੀ ਇਹ ਪੰਜਾਬ ਦੇ ਮਾਮਲੇ ਨੇ? ਸ਼ਰਮ ਵੀ ਨਹੀਂ ਆਉਂਦੀ ਇਹਨਾਂ ਨੂੰ ਇਹ ਸਭ ਵਾਅਦੇ ਕਰਦੇ ਹੋਏ। ਅਜਿਹੇ ਲੋਕਾਂ ਦੀ ਪੰਜਾਬ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਪੈਸੇ ਦਿਓ, ਵੋਟਾਂ ਲਓ ਅਤੇ ਲੁੱਟੋ ਪੰਜਾਬ ਨੂੰ, ਬਸ ਇਹੀ ਚੱਲ ਰਿਹਾ ਹੈ। ਮੈਂ 5 ਸਾਲ ਕੈਪਟਨ ਦੀ ਪਹਿਲੀ ਸਰਕਾਰ ਦੇ ਪਲੈਨਿੰਗ ਬੋਰਡ ਵਿੱਚ ਰਿਹਾ, ਕਿਸੇ ਨੇ ਇੱਕ ਵਾਰੀ ਵੀ ਨਹੀਂ ਸੁਣਿਆ। ਜੇਕਰ ਚੀਨ, ਰੂਸ, ਈਰਾਨ ਨੇ ਸਾਡੀਆਂ ਗੱਲਾਂ ਸੁਣ ਕੇ ਉਹਨਾਂ ਤੇ ਅਮਲ ਕੀਤਾ ਹੈ ਤਾਂ ਸਾਡੇ ਇੱਥੇ ਲੋਕ ਕਿਉਂ ਨਹੀਂ ਸੁਣ ਸਕਦੇ? ਮੈਂ ਕਹਿੰਦਾ ਰਿਹਾ ਕਿ ਸਾਡੀਆਂ ਗੱਲਾਂ ਲਾਗੂ ਨਾ ਕਰੋ, ਪਰ ਸੁਣ ਤਾਂ ਲਓ। 2 ਵਾਰ ਇਸ ਮੁੱਦੇ ਤੇ ਅਸਤੀਫਾ ਵੀ ਦਿੱਤਾ। ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇੱਕ ਬੈਠਕ ਵਿੱਚ ਕਿਸਾਨ ਨੇਤਾ ਬੁਲਾਏ ਸੀ। ਮੈਂ ਵੀ ਖੇਤੀਬਾੜੀ ਲਾਗਤ ਅਤੇ ਮੁੱਲ ਆਯੋਗ ਦੇ ਅਧਿਕਸ਼ ਦੇ ਨਾਤੇ ਉੱਥੇ ਗਿਆ। ਕਿਸਾਨ ਨੇਤਾ ਸ਼ਰਤ ਜੋਸ਼ੀ ਨੇ ਕਿਹਾ, ਸਾਇੰਟਿਸਟਾਂ ਅਤੇ ਇਕਨੋਮਿਸਟਾਂ ਨੂੰ ਖੇਤੀ ਦਾ ਕੋਈ ਤਜਰਬਾ ਨਹੀਂ ਹੈ। ਮੈਂ ਇਹਨਾਂ ਨੂੰ 25 ਏਕੜ ਜ਼ਮੀਨ ਦਿੰਦਾ, ਉਹ ਇਹਨਾਂ ਵਿੱਚ ਫਾਇਦੇ ਦੀ ਖੇਤੀ ਕਰਕੇ ਦਿਖਾਉਣ। ਪੀਐਮ ਨੇ ਮੇਰੇ ਵਿਚਾਰ ਮੰਗੇ। ਮੈਂ ਕਿਹਾ, ਕੁਝ ਲੋਕ ਗੀਤ ਲਿਖਦੇ ਨੇ, ਕੁਝ ਲੋਕ ਗਾਉਂਦੇ ਨੇ। ਸਾਇੰਟਿਸਟ ਗੀਤ ਲਿਖਦਾ ਹੈ, ਕਿਸਾਨ ਗਾਉਂਦਾ ਹੈ। ਜੇਕਰ ਅਸੀਂ ਕਿਸਾਨ ਨੂੰ ਲੈਬ ਦੇ ਵਿੱਚ ਲੈ ਜਾਈਏ ਤਾਂ ਕੀ ਉਹ ਪ੍ਰਯੋਗ ਕਰ ਲਵੇਗਾ? ਖੇਤੀ ਦੇ ਲਈ ਵਿਗਿਆਨੀ ਅਤੇ ਕਿਸਾਨੀ ਦੋਨੋਂ ਜ਼ਰੂਰੀ ਨੇ। ਸਰਕਾਰ ਕ੍ਰਿਸ਼ੀ ਉਪਜ ਦੀ ਜੋ ਲਾਗਤ ਤੈਅ ਕਰਦੀ ਹੈ, ਉਹ ਦੇਸ਼ ਭਰ ਦੇ ਵਿੱਚ ਮੌਜੂਦ 9000 ਖੇਤਾਂ ਵਿੱਚ ਪ੍ਰਤੀ ਦਿਨ ਹੋਣ ਵਾਲੇ ਕ੍ਰਿਸ਼ੀ ਗਤੀਵਿਧੀਆਂ ਦੇ ਰਿਕਾਰਡ ਕਰ ਤੈਅ ਹੁੰਦੀ ਹੈ ਅਤੇ ਇਸ ਨੂੰ ਬਿਹਤਰ ਸਿਸਟਮ ਕੋਈ ਨਹੀਂ ਹੋ ਸਕਦਾ। ਸਰਕਾਰ ਨੇ 1.5 ਸਾਲ ਦੇ ਲਈ ਕ੍ਰਿਸ਼ੀ ਕਾਨੂੰਨ ਅੱਗੇ ਵਧਾ ਦਿੱਤੇ ਨੇ। ਇਸ ਵਿੱਚ 6-7 ਮਹੀਨੇ ਕਿਸਾਨ ਨੇਤਾਵਾਂ ਨੇ ਧਰਨੇ ਲਗਾ ਕੇ ਖਰਾਬ ਕਰ ਦਿੱਤੇ। ਕਿਸਾਨ ਨੇਤਾਵਾਂ ਨੂੰ ਇਸ 1.5 ਸਾਲ ਵਿੱਚ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਠੋਸ ਤੱਥਾਂ ਦੇ ਆਧਾਰ ਤੇ ਮੇਜ਼ ਦੇ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰ ਇਸ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਸੀ। ਆਪਸ ਵਿੱਚ ਗੱਲਬਾਤ ਕਰ ਉਚਿਤ ਤਰੀਕਾ ਕੱਢਣਾ ਚਾਹੀਦਾ ਸੀ। ਪਰ ਕਿਸਾਨ ਨੇਤਾਵਾਂ ਨੇ ਅਜਿਹਾ ਨਹੀਂ ਕੀਤਾ। ਜਦਕਿ ਸਮਾਂ ਸੀ, ਵੱਡਾ ਦਿਲ ਦਿਖਾ ਕੇ ਉਹਨਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਖੇਤੀਬਾੜੀ ਕ੍ਰਿਸ਼ੀ ਮੰਤਰੀ ਨੇ ਕਿਸੇ ਵੀ ਸਮੇਂ ਵਾਰਤਾ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਕਿਸਾਨ ਨੇਤਾਵਾਂ ਨੂੰ ਆਪਣੀਆਂ ਆਪੱਤੀਆਂ ਨੂੰ ਲੈ ਕੇ ਠੋਸ ਤੱਥਾਂ ਦੇ ਆਧਾਰ ਤੇ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜਣ ਲਈ ਕਿਹਾ ਹੈ ਅਤੇ ਫਿਰ ਉਸ ਦੇ ਆਧਾਰ ਤੇ ਕਾਨੂੰਨਾਂ ਵਿੱਚ ਜ਼ਰੂਰੀ ਸੰਸ਼ੋਧਨਾਂ ਤੇ ਗੱਲਬਾਤ ਕਰਨੀ ਚਾਹੀਦੀ ਹੈ। ਨਹੀਂ ਤਾਂ ਹਕੀਕਤ ਸਭ ਜਾਣਦੇ ਨੇ, ਕਿਸਾਨ ਅੰਦੋਲਨ ਹੌਲੀ-ਹੌਲੀ ਆਪਣੀ ਦਿਸ਼ਾ ਖੋ ਚੁੱਕਾ ਹੈ। ਕਿਸਾਨ ਅੰਦੋਲਨ ਦਾ ਜੋ ਮਤਲਬ ਸੀ ਉਹ ਰਾਜਨੀਤਿਕ ਹੋ ਚੁੱਕਾ ਹੈ।